ਹੈਲੋ ਫਰੈਂਡਸ, ਵੈਲਕਮ ਟੂ ਇਨ ਹਾਈ ਫਾਈ ਜੀ ਕੇ ਗੁਰੂ ਜੀ यूट्यूब ਚੈਨਲ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕਵਰ ਕਰਨ ਜਾ ਰਹੇ ਹਾਂ 8th ਕਲਾਸ ਦਾ ਅਗਲਾ ਟੌਪਿਕ, ਜਿਹਦਾ ਨਾਮ ਹੈ ਰਾਸ਼ਟਰੀ ਅੰਦੋਲਨ। ਠੀਕ ਹੈ, ਰਾਸ਼ਟਰੀ ਅੰਦੋਲਨ ਆ ਜਿਹੜੇ ਉਹ ਨੇ ਆ 1885 ਤੋਂ 1919 ਈਸਵੀ ਤੱਕ। ਦੇਖੋ 1885 ਇੱਕ ਇੰਪੋਰਟੈਂਟ ਸਨ ਆ। 1885 'ਚ ਕੀ ਹੋਇਆ ਸੀ? ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਹੋਈ ਸੀਗੀ। ਠੀਕ ਹੈ, ਅਤੇ 1919 ਵਿੱਚ ਕੀ ਹੋਇਆ ਸੀ? ਜਲ੍ਹਿਆਂਵਾਲੇ ਬਾਗ ਦਾ ਸਾਕਾ ਹੋਇਆ ਸੀਗਾ। ਠੀਕ ਹੈ, ਤਾਂ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰੀਏ। 1857 ਈਸਵੀ ਵਿੱਚ ਅੰਗਰੇਜ਼ੀ ਰਾਜ ਵਿਰੁੱਧ ਕੀਤੇ ਗਏ ਵਿਦਰੋਹ ਪਿੱਛੋਂ ਜੋ ਭਾਰਤ ਵਿੱਚ ਵੱਖ-ਵੱਖ ਸਥਾਨਾਂ 'ਤੇ ਕਿਹੜੀਆਂ ਰਾਜਨੀਤਿਕ ਸੰਸਥਾਵਾਂ ਸਥਾਪਿਤ ਹੋਈਆਂ? ਠੀਕ ਆ, ਹੁਣ ਭਾਰਤ ਵਿੱਚ ਦੇਖੋ ਉਹ ਤੋਂ ਬਾਅਦ ਕਿਹੜੀਆਂ ਰਾਜਨੀਤਿਕ ਸੰਸਥਾਵਾਂ ਸਥਾਪਿਤ ਹੋਈਆਂ? ਬੰਗਾਲ ਬ੍ਰਿਟਿਸ਼ ਇੰਡੀਅਨ ਸੁਸਾਇਟੀ, ਬ੍ਰਿਟਿਸ਼ ਇੰਡੀਅਨ ਐਸੋਸੀਏਸ਼ਨ, ਇੰਡੀਅਨ ਐਸੋਸੀਏਸ਼ਨ, ਬੰਬੇ ਪ੍ਰੈਜ਼ੀਡੈਂਸੀ ਐਸੋਸੀਏਸ਼ਨ। ਅੱਗੇ ਹੈ, ਇਹਨਾਂ ਸੰਸਥਾਵਾਂ ਦੇ ਸਥਾਪਿਤ ਹੋਣ ਦਾ ਮੁੱਖ ਉਦੇਸ਼ ਕੀ ਸੀ? ਸਰਕਾਰ ਕੋਲੋਂ ਭਾਰਤੀ ਰਾਜ ਪ੍ਰਬੰਧ ਵਿੱਚ ਸੁਧਾਰ ਕਰਨ ਦੀ ਮੰਗ ਕਰਨਾ ਅਤੇ ਭਾਰਤੀ ਲੋਕਾਂ ਲਈ ਰਾਜਨੀਤਿਕ ਅਧਿਕਾਰ ਪ੍ਰਾਪਤ ਕਰਨਾ। 19ਵੀਂ ਸਦੀ ਦੇ ਦੂਜੇ ਮੱਧ ਵਿੱਚ ਭਾਰਤੀ ਲੋਕਾਂ ਵਿੱਚ ਰਾਸ਼ਟਰੀ ਚੇਤਨਾ ਪੈਦਾ ਹੋਣ ਦੇ ਕਿਹੜੇ-ਕਿਹੜੇ ਮੁੱਖ ਕਾਰਨ ਸਨ? 1857 ਈਸਵੀ ਦਾ ਜਿਹੜਾ ਮਹਾਨ ਵਿਦਰੋਹ ਹੋਇਆ ਸੀ ਉਹ ਪ੍ਰਸ਼ਾਸਨਿਕ ਏਕਤਾ, ਸਮਾਜਿਕ ਧਾਰਮਿਕ ਸੁਧਾਰ ਲਹਿਰਾਂ, ਪੱਛਮੀ ਸਿੱਖਿਆ ਅਤੇ ਸਾਹਿਤ, ਭਾਰਤੀ ਲੋਕਾਂ ਦੀ ਲੁੱਟ ਖਸੁੱਟ ਕਰਨਾ, ਭਾਰਤੀਆਂ ਨੂੰ ਉੱਚੀਆਂ ਨੌਕਰੀਆਂ 'ਤੇ ਨਿਯੁਕਤ ਨਾ ਕਰਨਾ, ਭਾਰਤੀ ਸਮਾਚਾਰਾਂ ਅਤੇ ਸਾਹਿਤ ਦਾ ਪ੍ਰਭਾਵ, ਇਲਵਾਟ ਬਿੱਲ ਦਾ ਵਿਰੋਧ ਆਦਿ। ਕਿਹੜੇ ਵਿਦੇਸ਼ੀ ਵਿਦਵਾਨਾਂ ਦੇ ਵਿਚਾਰਾਂ ਨੇ ਭਾਰਤੀ ਲੋਕਾਂ ਵਿੱਚ ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦੀ ਭਾਵਨਾ ਅਤੇ ਰਾਸ਼ਟਰੀ ਚੇਤਨਾ ਪੈਦਾ ਕੀਤੀ? ਵਿਦੇਸ਼ੀ ਲੇਖਕ ਮਿਲਟਨ, ਮਿਲ, ਬਰਨ, ਰੂਸੋ, ਵਾਲਟੇਅਰ ਅਤੇ ਮੈਕਾਲੇ ਆਦਿ ਵਿਦੇਸ਼ੀ ਵਿਦਵਾਨਾਂ ਦੇ। 19ਵੀਂ ਸਦੀ ਦੇ ਦੂਜੇ ਮੱਧ ਵਿੱਚ ਭਾਰਤੀ ਲੋਕਾਂ ਵਿੱਚ ਰਾਸ਼ਟਰੀ ਚੇਤਨਾ ਪੈਦਾ ਕਰਨ ਵਿੱਚ ਕਿਹੜੇ ਭਾਰਤੀ ਸਮਾਚਾਰਾਂ ਅਤੇ ਸਾਹਿਤ ਦਾ ਪ੍ਰਭਾਵ ਪਿਆ? ਬੰਬੇ ਸਮਾਚਾਰ, ਅੰਮ੍ਰਿਤ ਬਾਜ਼ਾਰ ਪੱਤਰਿਕਾ, ਦੀ ਟ੍ਰਿਬਿਊਨ, ਕੇਸਰੀ ਆਦਿ ਰਸਾਲੇ ਅਤੇ ਪੁਸਤਕਾਂ ਛਪਣ ਨਾਲ ਵੀ ਲੋਕਾਂ ਵਿੱਚ ਰਾਸ਼ਟਰੀ ਚੇਤਨਾ ਜਿਹੜੀ ਸੀ ਪੈਦਾ ਹੋਈ। ਇਹਨਾਂ ਸੰਸਥਾਵਾਂ ਤੋਂ ਪਿੱਛੋਂ ਕਿਹੜੀ ਪ੍ਰਮੁੱਖ ਸੰਸਥਾ ਦੀ ਸਥਾਪਨਾ ਹੋਈ ਜਿਸ ਨੇ ਭਾਰਤੀ ਲੋਕਾਂ ਵਿੱਚ ਰਾਸ਼ਟਰੀ ਚੇਤਨਾ ਪੈਦਾ ਕਰਨ ਲਈ ਸਭ ਤੋਂ ਵੱਧ ਮਹੱਤਵਪੂਰਨ ਰੋਲ ਅਦਾ ਕੀਤਾ? ਤਾਂ ਉਹ ਸੀ ਇੰਡੀਅਨ ਨੈਸ਼ਨਲ ਕਾਂਗਰਸ। ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਹੋਈ? 28 ਦਸੰਬਰ 1885 ਈਸਵੀ ਵਿੱਚ। ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਿੱਥੇ ਹੋਈ? ਮੁੰਬਈ ਜਾਂ ਮੁੰਬਈ ਵਿਖੇ ਗੋਕੁਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਵਿੱਚ। ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਿਸਨੇ ਕੀਤੀ? ਏ.ਓ. ਹਿਊਮ ਨੇ। ਏ.ਓ. ਹਿਊਮ ਕੌਣ ਸੀ? ਸੇਵਾ ਮੁਕਤ ਅੰਗਰੇਜ਼ ICS ਅਧਿਕਾਰੀ ਸੀ। ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ ਕਿੱਥੇ ਹੋਇਆ? ਮੁੰਬਈ ਵਿੱਚ ਗੋਕੁਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਵਿੱਚ। ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ ਕਦੋਂ ਹੋਇਆ? 29 ਦਸੰਬਰ ਤੋਂ 30 ਦਸੰਬਰ 1885 ਈਸਵੀ ਤੱਕ। ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਸਮਾਗਮ ਦਾ ਪਹਿਲਾ ਸਭਾਪਤੀ ਕੌਣ ਬਣਿਆ? ਤਾਂ ਉਹ ਬਣਿਆ ਸੀ ਭੂਮੇਸ਼ ਚੰਦਰ ਬੈਨਰਜੀ। ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਸਮਾਗਮ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਆਏ ਕਿੰਨੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ? 72 ਪ੍ਰਤੀਨਿਧੀਆਂ ਨੇ। ਰਾਸ਼ਟਰੀ ਚੇਤਨਾ ਕੀ ਹੁੰਦੀ ਹੈ? ਦੇਖੋ ਰਾਸ਼ਟਰੀ ਚੇਤਨਾ ਹੈ ਨਾ, ਰਾਸ਼ਟਰੀ ਚੇਤਨਾ ਤੋਂ ਭਾਵ ਆ ਵੀ ਕਿਸੇ ਰਾਸ਼ਟਰ ਦੇ ਨਾਗਰਿਕਾਂ ਵਿੱਚ ਪਾਈ ਜਾਣ ਵਾਲੀ ਉਹ ਭਾਵਨਾ ਜਿਹੜੀ ਮਤਲਬ ਉਹਨਾਂ ਨੂੰ ਇਹ ਅਨੁਭਵ ਹੋਵੇਗਾ ਜਿਹਦੇ ਨਾਲ ਕਿ ਉਹ ਸਾਰੇ ਰਾਸ਼ਟਰ ਨਾਲ ਸੰਬੰਧ ਰੱਖਦੇ ਹਨ। ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਮੁੱਖ ਉਦੇਸ਼ ਕੀ ਹਨ? ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਦੇਸ਼ ਭਲਾਈ ਦੇ ਕੰਮ ਕਰਨ ਵਾਲੇ ਲੋਕਾਂ ਨਾਲ ਸੰਪਰਕ ਅਤੇ ਮਿੱਤਰਤਾ ਕਾਇਮ ਕਰਨਾ, ਭਾਰਤੀ ਲੋਕਾਂ ਵਿੱਚੋਂ ਜਾਤੀਵਾਦ, ਪ੍ਰਾਂਤਵਾਦ ਅਤੇ ਧਾਰਮਿਕ ਭੇਦਭਾਵ ਨੂੰ ਖਤਮ ਕਰਕੇ ਰਾਸ਼ਟਰੀ ਏਕਤਾ ਦੀ ਭਾਵਨਾ ਪੈਦਾ ਕਰਨਾ, ਲੋਕਾਂ ਦੀ ਭਲਾਈ ਲਈ ਕਰਨ ਲਈ ਸਰਕਾਰ ਅੱਗੇ ਮੰਗ ਪੱਤਰ ਅਤੇ ਪ੍ਰਾਰਥਨਾ ਪੱਤਰ ਪੇਸ਼ ਕਰਨੇ, ਦੇਸ਼ ਵਿੱਚ ਸਮਾਜਿਕ ਅਤੇ ਆਰਥਿਕ ਸੁਧਾਰ ਕਰਨ ਲਈ ਸੁਝਾਅ ਇਕੱਠਾ ਕਰਨਾ, ਆਉਣ ਵਾਲੇ 12 ਮਹੀਨਿਆਂ ਲਈ ਰਾਸ਼ਟਰਵਾਦੀਆਂ ਦੌਰਾਨ ਦੇਸ਼ ਦੇ ਹਿੱਤਾਂ ਲਈ ਕੀਤੇ ਜਾਣ ਵਾਲੇ ਕਾਰਜਾਂ ਦੀ ਰੂਪਰੇਖਾ ਤਿਆਰ ਕਰਨਾ। 1885 ਈਸਵੀ ਤੋਂ ਲੈ ਕੇ 1905 ਈਸਵੀ ਤੱਕ ਦੇ ਰਾਸ਼ਟਰਵਾਦੀ ਅੰਦੋਲਨਾਂ ਨੂੰ ਕਿਹੜਾ ਯੁੱਗ ਕਿਹਾ ਜਾਂਦਾ ਹੈ? ਉਦਾਰਵਾਦੀ ਯੁੱਗ। 1885 ਤੋਂ 1905 ਈਸਵੀ ਤੱਕ
ਕਿਹੜੇ ਉਦਾਰਵਾਦੀ ਨੇਤਾਵਾਂ ਨੇ ਅਧਿਐਨ ਕਾਰਜ ਕੀਤੇ? ਉਸ ਟਾਈਮ ਜਿਹੜੇ ਉਦਾਰਵਾਦੀ ਨੇਤਾ ਸੀ ਉਹ ਕਿਹੜੇ ਕਿਹੜੇ ਸੀ? ਫਿਰੋਜ਼ ਸ਼ਾਹ ਮਹਿਤਾ, ਦਾਦਾ ਭਾਈ ਨੌਰੰਜੀ, ਸੁਰਿੰਦਰ ਨਾਥ ਬੈਨਰਜੀ, ਗੋਪਾਲ ਕ੍ਰਿਸ਼ਨ ਗੋਖਲੇ, ਮਦਨ ਮੋਹਨ ਮਾਲਵੀਆ ਆਦਿ। ਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਪ੍ਰਮੁੱਖ ਮੰਗਾਂ ਕਿਹੜੀਆਂ-ਕਿਹੜੀਆਂ ਸਨ? ਕੇਂਦਰੀ ਅਤੇ ਪ੍ਰਾਂਤੀ ਵਿਧਾਨ ਸਭਾਵਾਂ ਵਿੱਚ ਭਾਰਤੀ ਲੋਕਾਂ ਨੂੰ ਆਪਣੇ ਪ੍ਰਤੀਨਿਧ ਚੁਣਨ ਦਾ ਅਧਿਕਾਰ ਦਿੱਤਾ ਜਾਵੇ। ਭਾਰਤੀ ਲੋਕਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਉੱਚੀਆਂ ਨੌਕਰੀਆਂ 'ਤੇ ਨਿਯੁਕਤ ਕੀਤਾ ਜਾਵੇ। ਦੇਸ਼ ਵਿੱਚ ਸਿੱਖਿਆ ਦਾ ਪ੍ਰਸਾਰ ਕੀਤਾ ਜਾਵੇ। ਪ੍ਰੈਸ ਉੱਤੇ ਲਗਾਈਆਂ ਨਜਾਇਜ਼ ਬੰਦਸ਼ਾਂ ਨੂੰ ਹਟਾਇਆ ਜਾਵੇ। ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਨੂੰ ਇੱਕ ਦੂਜੇ ਤੋਂ ਵੱਖ ਕੀਤਾ ਜਾਵੇ। ਸਥਾਨਿਕ ਸੰਸਥਾਵਾਂ ਦਾ ਵਿਕਾਸ ਕੀਤਾ ਜਾਵੇ ਅਤੇ ਉਹਨਾਂ ਨੂੰ ਪਹਿਲਾਂ ਨਾਲੋਂ ਵੱਧ ਸ਼ਕਤੀਆਂ ਦਿੱਤੀਆਂ ਜਾਣ। ਭਾਰਤ ਵਿੱਚ ਵੀ ਇੰਗਲੈਂਡ ਦੀ ਤਰ੍ਹਾਂ ICS ਦੀ ਪ੍ਰੀਖਿਆ ਲੈਣ ਦਾ ਪ੍ਰਬੰਧ ਕੀਤਾ ਜਾਵੇ। ਅੱਗੇ ਹੈ, ਸੈਨਾ ਉੱਤੇ ਕੀਤੇ ਜਾਂਦੇ ਖਰਚੇ ਨੂੰ ਘੱਟ ਕੀਤਾ ਜਾਵੇ। ਕਿਸਾਨਾਂ ਤੋਂ ਵਸੂਲ ਕੀਤੇ ਜਾਂਦੇ ਭੂਮੀ ਕਰ ਦੀ ਰਾਸ਼ੀ ਘਟਾਈ ਜਾਵੇ। ਸਿੰਚਾਈ ਦੀ ਉਚਿਤ ਵਿਵਸਥਾ ਕੀਤੀ ਜਾਵੇ। ਇੰਡੀਅਨ ਨੈਸ਼ਨਲ ਕਾਂਗਰਸ ਦੇ ਉਦਾਰਵਾਦੀ ਨੇਤਾ ਸਰਕਾਰ ਕੋਲ ਆਪਣੀਆਂ ਮੰਗਾਂ ਕਿਵੇਂ ਰੱਖਦੇ ਸਨ? ਭਾਸ਼ਣਾਂ, ਮਤਿਆਂ, ਪ੍ਰਸਤਾਵਾਂ ਅਤੇ ਪ੍ਰਾਰਥਨਾ ਪੱਤਰਾਂ ਦੁਆਰਾ ਰੱਖਦੇ ਸਨ। ਅਸੀਂ ਅੰਗਰੇਜ਼ਾਂ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੇ ਹਾਂ। ਅਸੀਂ ਭਾਰਤ ਵਿੱਚ ਆਪਣੀ ਸਰਕਾਰ ਚਾਹੁੰਦੇ ਹਾਂ। ਇਹ ਵਿਚਾਰ ਕਿਸ ਕ੍ਰਾਂਤੀਕਾਰੀ ਦੇ ਸਨ? ਬਿਪਨ ਚੰਦਰ ਪਾਲ ਦੇ। ਆਲ ਇੰਡੀਆ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ? 30 ਦਸੰਬਰ 1906 ਈਸਵੀ ਨੂੰ। ਮੁਸਲਿਮ ਲੀਗ ਦੀ ਪ੍ਰਮੁੱਖ ਮੰਗ ਕੀ ਸੀ? ਮੁਸਲਮਾਨਾਂ ਲਈ ਵੱਖਰਾ ਚੋਣ ਮੰਡਲ ਸਥਾਪਿਤ ਕੀਤਾ ਜਾਵੇ। ਆਲ ਇੰਡੀਆ ਮੁਸਲਿਮ ਲੀਗ ਦੀ ਸਥਾਪਨਾ ਕਿਸਨੇ ਕੀਤੀ? ਸਰ ਸੈਯਦ ਅਹਿਮਦ ਖਾਂ, ਸਲੀਮੁੱਲਾ ਖਾਂ ਅਤੇ ਨਵਾਬ ਮੋਹਸਿਨ ਆਦਿ ਮੁਸਲਿਮ ਨੇਤਾਵਾਂ ਨੇ। ਸਰਕਾਰ ਨੇ ਮੁਸਲਿਮ ਲੀਗ ਦੀ ਮੰਗ ਨੂੰ ਕਦੋਂ ਸਵੀਕਾਰ ਕੀਤਾ? 1909 ਈਸਵੀ ਵਿੱਚ। ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਫੁੱਟ ਕਦੋਂ ਪਈ? 1907 ਈਸਵੀ ਵਿੱਚ। 1907 ਈਸਵੀ ਵਿੱਚ ਕਾਂਗਰਸ ਦਾ ਬਟਵਾਰਾ ਕਿਹੜੇ-ਕਿਹੜੇ ਦਲਾਂ ਵਿੱਚ ਹੋਇਆ? ਨਰਮ ਦਲ ਅਤੇ ਗਰਮ ਦਲ। 1907 ਈਸਵੀ ਵਿੱਚ ਕਾਂਗਰਸ ਦਾ 23ਵਾਂ ਸਮਾਗਮ ਕਿੱਥੇ ਹੋਇਆ? ਸੂਰਤ ਵਿਖੇ। ਸੂਰਤ ਦੇ 1907 ਈਸਵੀ ਦੇ ਅਧਿਵੇਸ਼ਨ ਵਿੱਚ ਕਾਂਗਰਸ ਦਾ ਸਭਾਪਤੀ ਕੌਣ ਸੀ? ਰਾਸ ਬਿਹਾਰੀ ਘੋਸ਼। 1907 ਈਸਵੀ ਦੇ ਸੂਰਤ ਸਮਾਗਮ ਵਿੱਚ ਕਿਹੜੇ ਦਲ ਦੇ ਨੇਤਾਵਾਂ ਨੇ ਸਵਦੇਸ਼ੀ ਅਤੇ ਬਾਈਕਾਟ ਪ੍ਰਸਤਾਵਾਂ ਦੀ ਨਿੰਦਿਆ ਕੀਤੀ? ਨਰਮ ਦਲ। ਕਿਹੜੇ ਦਲ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਅਲੱਗ ਹੋ ਕੇ ਕਾਰਜ ਕਰਨਾ ਸ਼ੁਰੂ ਕੀਤਾ? ਗਰਮ ਦਲ ਨੇ। ਕਾਂਗਰਸ ਦੇ ਦੋਹਾਂ ਦਲਾਂ ਗਰਮ ਦਲ ਅਤੇ ਨਰਮ ਦਲ ਵਿਚਕਾਰ ਦੁਬਾਰਾ ਕਦੋਂ ਸਮਝੌਤਾ ਹੋਇਆ? 1916 ਈਸਵੀ ਵਿੱਚ। ਕਿਹੜੇ ਦਲ ਦੇ ਨੇਤਾਵਾਂ ਦੇ ਭਾਸ਼ਣਾਂ ਅਤੇ ਸਰਗਰਮੀਆਂ ਕਾਰਨ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਕ੍ਰਾਂਤੀਕਾਰੀ ਅੰਦੋਲਨ ਸ਼ੁਰੂ ਹੋਏ? ਗਰਮ ਦਲ ਦੇ ਨੇਤਾਵਾਂ ਦੇ। ਗਰਮ ਦਲ ਦੇ ਕ੍ਰਾਂਤੀਕਾਰੀ ਅੰਦੋਲਨਾਂ ਦੇ ਮੁੱਖ ਕੇਂਦਰ ਕਿਹੜੇ-ਕਿਹੜੇ ਸਥਾਨਾਂ 'ਤੇ ਸਨ? ਮਹਾਰਾਸ਼ਟਰ, ਬੰਗਾਲ ਅਤੇ ਪੰਜਾਬ। ਪੰਜਾਬ ਵਿੱਚ ਕ੍ਰਾਂਤੀਕਾਰੀ ਅੰਦੋਲਨ ਦੇ ਮੁੱਖ ਨੇਤਾ ਕੌਣ ਸਨ? ਸਰਦਾਰ ਅਜੀਤ ਸਿੰਘ, ਭਿੰਡੀ ਦਾਸ, ਸੂਫੀ ਅੰਬਾ ਪ੍ਰਸਾਦ ਅਤੇ ਲਾਲ ਚੰਦ ਫਲਕ ਆਦਿ। ਭਾਰਤ ਦੇ ਇਲਾਵਾ ਕਿਹੜੇ ਦੇਸ਼ਾਂ ਵਿੱਚ ਕ੍ਰਾਂਤੀਕਾਰੀ ਅੰਦੋਲਨ ਸ਼ੁਰੂ ਕੀਤੇ ਗਏ? ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਵਿੱਚ। ਇੰਡੀਅਨ ਹੋਮ ਰੂਲ ਸੁਸਾਇਟੀ ਦੀ ਸਥਾਪਨਾ ਕਿਸਨੇ ਕੀਤੀ? ਸ਼ਿਆਮਜੀ ਕ੍ਰਿਸ਼ਨ ਵਰਮਾ ਨੇ। ਸ਼ਿਆਮਜੀ ਕ੍ਰਿਸ਼ਨ ਵਰਮਾ ਨੇ ਇੰਡੀਅਨ ਹੋਮ ਰੂਲ ਸੁਸਾਇਟੀ ਦੀ ਸਥਾਪਨਾ ਕਿੱਥੇ ਕੀਤੀ? ਇੰਗਲੈਂਡ ਵਿੱਚ। ਗਦਰ ਪਾਰਟੀ ਦੀ ਸਥਾਪਨਾ ਕਿਸਨੇ ਕੀਤੀ? ਲਾਲਾ ਹਰਦਿਆਲ ਨੇ। ਲਾਲਾ ਹਰਦਿਆਲ ਨੇ ਗਦਰ ਪਾਰਟੀ ਦੀ ਸਥਾਪਨਾ ਕਿੱਥੇ ਕੀਤੀ? ਅਮਰੀਕਾ ਵਿੱਚ। ਬੰਗਾਲ ਦੀ ਵੰਡ ਕਦੋਂ ਕੀਤੀ ਗਈ? 1905 ਈਸਵੀ ਵਿੱਚ। 1905 ਈਸਵੀ ਵਿੱਚ ਬੰਗਾਲ ਦੀ ਵੰਡ ਕਿਹੜੇ ਵਾਇਸਰਾਏ ਦੇ ਸਮੇਂ ਹੋਈ? ਲਾਰਡ ਕਰਜ਼ਨ। ਬੰਗਾਲ ਦੀ ਵੰਡ ਕਰਨ ਨਾਲ ਕਿੱਥੇ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਸ਼ੁਰੂ ਹੋਇਆ? ਬੰਗਾਲ ਵਿੱਚ। ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਦੀ ਅਗਵਾਈ ਕਿਸਨੇ ਕੀਤੀ? ਸੁਰਿੰਦਰ ਨਾਥ ਬੈਨਰਜੀ, ਬਿਪਨ ਚੰਦਰ ਪਾਲ ਅਤੇ ਬਾਲ ਗੰਗਾਧਰ ਤਿਲਕ ਆਦਿ ਨੇ। ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਦਾ ਕੀ ਉਦੇਸ਼ ਸੀ? ਵਿਦੇਸ਼ੀ ਵਸਤਾਂ ਦਾ ਬਾਈਕਾਟ ਕਰਨਾ, ਸਵਦੇਸ਼ੀ ਵਸਤਾਂ ਦੀ ਵਰਤੋਂ ਕਰਨਾ। ਜਾਣੀ ਕਿ ਜਿਹੜੀਆਂ ਇੰਗਲੈਂਡ ਤੋਂ ਤਿਆਰ ਹੋ ਕੇ ਵਸਤੂ ਆਉਂਦੀਆਂ ਸੀ ਉਹਨਾਂ ਦੀ ਵਰਤੋਂ ਜਿਹੜੀ ਸੀ ਉਹਦਾ ਵਰਤੋਂ ਕਰਨ 'ਤੇ ਰੋਕ ਲਗਾਉਣੀ ਸੀ ਅਤੇ ਨਾਲ ਹੀ ਨਾਲ ਕਹਿੰਦੇ ਸੀ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਨੀ ਹੈ ਜਿਹੜੀਆਂ ਸਾਡੇ ਦੇਸ਼ ਵਿੱਚ ਤਿਆਰ ਹੁੰਦੀਆਂ ਨੇ।
1905 ਈਸਵੀ ਤੋਂ 1919 ਈਸਵੀ ਤੱਕ ਰਾਸ਼ਟਰੀ ਅੰਦੋਲਨ ਦੀ ਅਗਵਾਈ ਕਿਹੜੇ ਨੇਤਾਵਾਂ ਦੇ ਹੱਥਾਂ ਵਿੱਚ ਰਹੀ? ਉਗਰਵਾਦੀ ਨੇਤਾਵਾਂ ਦੇ। ਕਾਂਗਰਸ ਦੇ ਕਿਹੜੇ ਮੈਂਬਰਾਂ ਨੇ ਹਿੰਸਾਤਮਕ ਸਾਧਨ ਅਪਣਾਉਣ ਦੀ ਮੰਗ ਕੀਤੀ? ਨੌਜਵਾਨ ਮੈਂਬਰਾਂ ਨੇ। ਉਗਰਵਾਦ ਅੰਦੋਲਨ ਨੂੰ ਸ਼ੁਰੂ ਕਰਨ ਵਾਲੇ ਪ੍ਰਮੁੱਖ ਨੇਤਾ ਕਿਹੜੇ ਸਨ? ਬਾਲ ਗੰਗਾਧਰ ਤਿਲਕ, ਬਿਪਨ ਚੰਦਰ ਪਾਲ, ਲਾਲਾ ਲਾਜਪਤ ਰਾਏ ਆਦਿ ਪ੍ਰਮੁੱਖ ਸਨ। ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਪ੍ਰਾਪਤ ਕਰਕੇ ਹੀ ਰਹਾਂਗਾ। ਇਹ ਕਥਨ ਕਿਸਨੇ ਕਿਹਾ? ਬਾਲ ਗੰਗਾਧਰ ਤਿਲਕ ਨੇ। ਅਮਰੀਕਾ ਅਤੇ ਕੈਨੇਡਾ ਵਿੱਚ ਰਹਿੰਦੇ ਭਾਰਤੀ ਲੋਕਾਂ ਨੂੰ ਇਕੱਠਾ ਕਰਕੇ ਕਿਹੜੀ ਪਾਰਟੀ ਦੀ ਸਥਾਪਨਾ ਕੀਤੀ ਗਈ? ਗਦਰ ਪਾਰਟੀ ਦੀ। ਗਦਰ ਪਾਰਟੀ ਦੀ ਸਥਾਪਨਾ ਕਦੋਂ ਹੋਈ? 1913 ਈਸਵੀ ਵਿੱਚ। ਗਦਰ ਪਾਰਟੀ ਦੀ ਸਥਾਪਨਾ ਕਿੱਥੇ ਕੀਤੀ ਗਈ? ਸਨ ਫਰਾਂਸਿਸਕੋ, ਅਮਰੀਕਾ ਵਿੱਚ। ਉੱਥੇ ਮਤਲਬ ਕਦੋਂ ਕੀਤੀ ਗਈ? 1913 ਈਸਵੀ ਵਿੱਚ। ਸਨ ਫਰਾਂਸਿਸਕੋ, ਅਮਰੀਕਾ ਵਿਖੇ ਗਦਰ ਪਾਰਟੀ ਦਾ ਪ੍ਰਧਾਨ ਕਿਸ ਨੂੰ ਬਣਾਇਆ ਗਿਆ? ਸੋਹਣ ਸਿੰਘ ਭਕਨਾ ਨੂੰ। ਗਦਰ ਪਾਰਟੀ ਦਾ ਸਕੱਤਰ ਕਿਸ ਨੂੰ ਚੁਣਿਆ ਗਿਆ? ਹਾਂਜੀ, ਗਦਰ ਪਾਰਟੀ ਦਾ ਜਿਹੜਾ ਸਕੱਤਰ ਸੀ ਉਹ ਸੀਗਾ ਲਾਲਾ ਹਰਦਿਆਲ ਨੂੰ ਬਣਾਇਆ ਗਿਆ ਸੀ। ਗਦਰ ਪਾਰਟੀ ਨੇ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਲਈ ਕਿਹੜਾ ਸਮਾਚਾਰ ਪੱਤਰ ਕੱਢਿਆ? ਗਦਰ। ਭਾਰਤੀ ਲੋਕਾਂ ਵਿੱਚ ਰਾਸ਼ਟਰੀ ਚੇਤਨਾ ਕਦੋਂ ਪੈਦਾ ਹੋਈ? 19ਵੀਂ ਸਦੀ ਵਿੱਚ। ਭਾਰਤੀ ਰਾਸ਼ਟਰੀ ਕਾਂਗਰਸ ਦੇ ਕਿਹੜੇ ਸਮੇਂ ਨੂੰ ਉਦਾਰਵਾਦੀ ਯੁੱਗ ਕਿਹਾ ਜਾਂਦਾ ਹੈ? 1885 ਤੋਂ 1905 ਈਸਵੀ ਤੱਕ ਦੇ ਸਮੇਂ ਨੂੰ। ਲਾਰਡ ਕਰਜ਼ਨ ਨੇ ਬੰਗਾਲ ਦੀ ਕਦੋਂ ਕੀਤੀ? 1905 ਈਸਵੀ ਵਿੱਚ। ਭਾਰਤ ਵਿੱਚ ਬੰਗਾਲ ਦੀ ਵੰਡ ਕਾਰਨ ਕਿਹੜੇ ਅੰਦੋਲਨ ਸ਼ੁਰੂ ਹੋਏ? ਸਵਦੇਸ਼ੀ ਅਤੇ ਬਾਈਕਾਟ। ਰਾਸ਼ਟਰੀ ਅੰਦੋਲਨ ਦੀ ਅਗਵਾਈ ਉਗਰਵਾਦੀ ਨੇਤਾਵਾਂ ਨੇ ਕਦੋਂ ਤੋਂ ਕਦੋਂ ਤੱਕ ਕੀਤੀ? 1905 ਈਸਵੀ ਤੋਂ 1919 ਈਸਵੀ ਤੱਕ। ਮੁਸਲਿਮ ਨੇਤਾਵਾਂ ਨੇ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਕੀਤੀ? 30 ਦਸੰਬਰ 1906 ਈਸਵੀ ਵਿੱਚ। ਅੰਗਰੇਜ਼ਾਂ ਨੇ ਕਿਹੜੇ ਐਕਟ ਦੁਆਰਾ ਗਰਮ ਦਲ ਅਤੇ ਕ੍ਰਾਂਤੀਕਾਰੀ ਅੰਦੋਲਨ ਨੂੰ ਖਤਮ ਕਰਨ ਲਈ ਸਖਤ ਨੀਤੀ ਅਪਣਾਈ? ਮਿੰਟੋ ਮਾਰਲੇ ਸੁਧਾਰ ਐਕਟ ਦੁਆਰਾ। ਮਦਰਾਸ ਵਿਖੇ ਹੋਮ ਰੂਲ ਐਕਟ ਦੀ ਸਥਾਪਨਾ ਕਿਸਨੇ ਕੀਤੀ? 1916 ਈਸਵੀ ਵਿੱਚ ਸ਼੍ਰੀਮਤੀ ਐਨੀ ਬੇਸੈਂਟ ਨੇ। ਪੂਨੇ ਵਿਖੇ ਹੋਮ ਰੂਲ ਐਕਟ ਦੀ ਸਥਾਪਨਾ ਕਿਸਨੇ ਕੀਤੀ? ਬਾਲ ਗੰਗਾਧਰ ਤਿਲਕ ਨੇ। ਇਸ ਦੇ ਨਾਲ ਹੀ ਮੇਰਾ ਇਹ ਜਿਹੜਾ ਟੌਪਿਕ ਆ ਖਤਮ ਹੁੰਦਾ। ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ। ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ। ਮਿਲਦੇ ਹਾਂ ਨੈਕਸਟ ਵੀਡੀਓ 'ਚ।